ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਧੰਨ ਧੰਨ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਚਰਨ ਛੋਹ ਬਾਰਗਾਹ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਧਨਤਾ ਦੇ ਯੋਗ ਹੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਚ ਬੈਠ ਕਰਕੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਸਤਿਗੁਰੂ ਜੀ ਦੀ ਮਹਿਮਾਮਈ ਗੁਰਬਾਣੀ ਦੇ ਰੱਬੀ ਕੀਰਤਨ ਗੁਰੂ ਕੇ ਨਵਾਜੇ ਕੀਰਤਨੀਆਂ ਪਾਸੋਂ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰ ਰਹੇ ਸੀ। ਆਓ ਹੁਣ ਜਿੰਨਾ ਕੁ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ, ਕੁਝ ਸਮਾਂ ਬੈਠ ਕੇ ਆਪਾਂ ਗੁਰਮਤਿ ਵਿਚਾਰਾਂ ਗੁਰਬਾਣੀ ਦੀ ਸਾਂਝ ਆਪ ਜੀ ਨਾਲ ਪਾ ਸਕੀਏ। ਬੜੇ ਅਦਬ ਸਤਿਕਾਰ ਸਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕਰਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਵੇ। ਸਤਿਗੁਰੂ ਜੀ ਦਾ ਅਟਲ ਮੁਖ ਵਾਕ ਹੈ, ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ। ਧੰਨ ਸੋ ਦਿਨਸ ਸੰਜੋਗੜਾ, ਜਿਤ ਡਿੱਠਾ ਗੁਰ ਦਰਸਾਰ। ਕਹਿੰਦੇ ਉਹ ਘੜੀ ਧੰਨ ਹੈ, ਉਹ ਵੇਲਾ ਧੰਨ ਹੈ, ਉਹ ਮਹੂਰਤ ਧੰਨ ਹੈ। ਉਹ ਹਰ ਘੜੀ ਹਰ ਪਲ ਧਨਤਾ ਦੇ ਯੋਗ ਹੈ।
ਜੋ ਸਤਿਗੁਰਾਂ ਦੀ ਗੋਦ 'ਚ ਬੈਠ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕੀਤੀ ਜਾਵੇ, ਉਹਦੀ ਸਿਫਤ ਸਲਾਹ ਕੀਤੀ ਜਾਵੇ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਉਹ ਵੇਲਾ ਵੀ ਧੰਨ ਹੈ ਜਿਹੜੇ ਵੇਲੇ ਸਾਨੂੰ ਉਸ ਅਕਾਲ ਪੁਰਖ ਪਲੀ ਰੂਪ ਪਰਮਾਤਮਾ ਦੇ ਦਰਸ਼ਨ ਹੋਣ। ਧੰਨ ਸੋ ਵੇਲਾ ਜਿਤ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀ। ਉਹ ਵੇਲਾ ਧੰਨ ਹੈ ਜਿਹੜੇ ਵੇਲੇ ਉਹਨੂੰ ਗਾਉਣਾ ਹੈ, ਜਿਹੜੇ ਵੇਲੇ ਉਹਨੂੰ ਸੁਣਨਾ ਹੈ। ਸਤਿਗੁਰੂ ਕਹਿੰਦੇ ਉਹਦਾ ਆਇਆ ਵੀ ਸਫਲ ਹੈ, ਉਹਦੀ ਹਰ ਘੜੀ ਹਰ ਪਲ ਉਹਦਾ ਸਫਲ ਹੈ ਜਿਹੜਾ ਸਤ ਸੰਗਤ 'ਚ ਬੈਠ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਇਬਾਦਤ ਕਰੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਵੱਡੀ ਮਨੁੱਖ ਦੀ ਪ੍ਰਾਪਤੀ, ਸਭ ਤੋਂ ਵੱਡੀ ਜਿੱਤ, ਚੰਗੇ ਕਰਮਾਂ ਦੀ ਨਿਸ਼ਾਨੀ ਜੀਵਨ ਨੂੰ ਸਤ ਸੰਗਤ ਹੀ ਦੱਸਿਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਵਨ ਬਚਨ ਕਰਦੇ ਨੇ, ਨਚ ਦੁਰਲਭੰ ਧਨੰ ਰੂਪੰ, ਨਚ ਦੁਰਲਭੰ। ਕਹਿੰਦੇ ਜੇ ਧਨ ਮਿਲ ਜਾਵੇ ਉਹ ਦੁਰਲਭ ਨਹੀਂ। ਦੁਨੀਆ ਦਾ ਕੋਈ ਵੀ ਸੁੱਖ ਮਿਲ ਜਾਵੇ, ਨਚ ਦੁਰਲਭੰ ਸਵਰਗ ਰਾਜਨ ਹੈ। ਕਹਿੰਦੇ ਤੇਰਾ ਸੋਹਣਾ ਹੋਣਾ ਧਨ ਨਹੀਂ। ਸੋਹਣੇ ਹੋਣ ਤੇ ਮਾਣ ਨਾ ਕਰੀ, ਰੂਪ ਤੇ ਮਾਣ ਨਾ ਕਰੀ, ਧਨ ਤੇ ਮਾਣ ਨਾ ਕਰੀ, ਇਹ ਕੋਈ ਦੁਰਲਭ ਨਹੀਂ ਹੈ। ਇਹ ਤੇਰੇ ਤੋਂ ਪਰੇ ਬੈਠੇ ਨੇ ਜਿਨ੍ਹਾਂ ਕੋਲ ਬਹੁਤ ਹੈ। ਤੂੰ ਸਵਰਗ ਦੇ ਰਾਜ ਨੂੰ ਧਨ ਕਵੇਂਗਾ, ਇਹ ਵੀ ਨਹੀਂ, ਇਹ ਵੀ ਕੋਈ ਦੁਰਲਭ ਨਹੀਂ। ਦੁਨੀਆ ਦੇ ਜਿੰਨੇ ਵੀ ਸੁੱਖ ਸਹੂਲਤਾਂ ਨੇ, ਸਵਰਗ ਦਾ ਰਾਜ ਮਿਲ ਜੇ ਦੁਰਲਭ ਨਹੀਂ। ਤੇਰੇ ਕੋਲ ਜ਼ਿਆਦਾ ਧਨ ਆ ਜੇ ਦੁਰਲਭ ਨਹੀਂ। ਤੇਰੇ ਕੋਲ ਜ਼ਿਆਦਾ ਕਾਰੋਬਾਰ ਮਿਲ ਜਾਵੇ ਦੁਰਲਭ ਨਹੀਂ। ਪਰਿਵਾਰ ਮਿਲ ਜਾਵੇ ਦੁਰਲਭ ਨਹੀਂ। ਧੀਆਂ ਪੁੱਤਰ ਮਿਲ ਜਾਣ ਦੁਰਲਭ ਨਹੀਂ। ਦੁਰਲਭ ਹੈ ਪਰਮਾਤਮਾ ਦੀ ਗੋਦ ਜਿਹੜੀ ਸਤ ਸੰਗਤ 'ਚ ਬੈਠ ਕੇ ਕਰਦੇ। ਕਿਉਂਕਿ ਜਿਹੜੀ ਵਸਤ ਪਰਮਾਤਮਾ ਨੇ ਦਿੱਤੀ ਹੈ, ਅੱਜ ਦਾ ਪਾਵਨ ਸ਼੍ਰੀ ਮੁਖ ਵਾਕ ਗੁਰਦੁਆਰਾ ਬੰਗਲਾ ਸਾਹਿਬ ਜੀ ਦਾ ਪੰਜਵੇਂ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਜਿਸ ਦਾ ਦਿੱਤਾ ਹੋਇਆ ਤਨ ਹੈ, ਮਨ ਹੈ, ਧਨ ਹੈ, ਉਹ ਬੜਾ ਸਿਆਣਾ ਹੈ, ਸੁਗੜ ਸੁਜਾਨੀ, ਸੁਚੱਜਾ। ਜਿਹਨੇ ਤੈਨੂੰ ਤਨ ਵੀ ਦਿੱਤਾ ਹੈ, ਤਨ ਦਿੱਤਾ ਤੇ ਮਨ ਵੀ ਦਿੱਤਾ ਹੈ, ਮਨ ਦਿੱਤਾ ਤੇ ਧਨ ਪਦਾਰਥ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ। ਔਰ ਇਕੱਲਾ ਇਹੋ ਕੁਝ ਨਹੀਂ ਦਿੱਤਾ। ਸਤਿਗੁਰੂ ਅਗਲੀ ਪੰਕਤੀ 'ਚ ਸਾਨੂੰ ਬੜਾ ਸਪਸ਼ਟ ਤੇ ਕਲੀਅਰ ਸਮਝਾਉਂਦੇ ਨੇ ਵੀ ਜਿਹਨੇ ਸਭ ਕੁਝ ਦਿੱਤਾ ਹੈ, ਇੱਕ ਗੱਲ ਜ਼ਰੂਰ ਯਾਦ ਰੱਖੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨਿੱਕੀ ਖਟਾਨੀ। ਸਤਿਗੁਰੂ ਕਹਿੰਦੇ ਜਿਸ ਨੇ ਤਨ ਦਿੱਤਾ ਹੋਵੇ, ਮਨ ਦਿੱਤਾ ਹੋਵੇ, ਧਨ ਦਿੱਤਾ ਹੋਵੇ, ਪਦਾਰਥ ਦਿੱਤੇ ਹੋਣ, ਸੁੱਖ ਸਹੂਲਤਾਂ, ਦੁਨੀਆ ਦੀ ਐਸ਼ੋ ਆਰਾਮ ਦਿੱਤੀ ਹੋਵੇ, ਯਾਦ ਰੱਖ ਦੁੱਖ ਸੁੱਖ ਵੀ ਉਸੇ ਪਰਮਾਤਮਾ ਨੇ ਸੁਣਨਾ ਹੈ। ਦੁਨੀਆ ਦਾ ਕੋਈ ਮਨੁੱਖ ਨਹੀਂ ਸੁਣਦਾ। ਦੁਨੀਆ ਤੇ ਕੋਈ ਤੇਰਾ ਦੁੱਖ ਨਹੀਂ ਸੁਣੇਗਾ ਰੱਬ ਤੋਂ ਬਗੈਰ। ਤੂੰ ਦੱਸ ਕਿਸੇ ਨੂੰ ਇੱਕ ਦਿਨ, 2 ਦਿਨ, 4 ਦਿਨ, ਉਹ ਸਿਰਫ 1-2 ਦਿਨ ਹੀ ਦੱਸਿਆ ਸੁਣਨਗੇ।
कुछ दिनों बाद तो उही लोग उस दुख का मजाक बना के तेरे अगे पेश करनगे। पर सतगुरु गुरु अर्जन देव साहब कहते जदों तू दुख सुख के भाईवाल अकाल पुरख परमात्मा नूं मन्नेगा, अरदास गुरु चरणा च खलो के दुख सुख दी करेगा, अपने दुख सुख नूं परमात्मा के सामने नतमस्तक करेगा, तो बिद निकी खटानी, फिर तेरे जीवन की हालात बेहतर हो जाने, चंगे हो जाने। पर जी की एक ही पैमानी, तेरी एक उस अकाल पुरख परमात्मा अगे अरदास होवे, अवर जतन कर रहे बहु तेरे तिन तिल नहीं कीमत जाने। तू गुरु का दर छड्ड के होर ना तू जतना नूं जिन्ना मर्जी करी जा, एक रब का दर छड्ड के उस अकाल पुरख परमात्मा के मार्ग नूं छड्ड के कुराहे पै जावा, वो तेरा समा व्यर्थ है, वो नहीं पास होना। जे जीवन के चंगे गुण प्राप्त करने हैं, जीवन नूं रछनाउणा है, जीवन दे विच खेड़ा है, तो वो इको ही मार्ग है जिहड़ा गुरु शब्द नाल जोड़दा है। बाकी नेकां जतन व्यर्थ ने, कर्म कांडां च पिया मनुख व्यर्थ है, भरमां च पिया मनुख व्यर्थ है। भाई गुरदास साहब जी का बड़ा प्यारा बचन है, उन्हें उदाहरण दे दी पानी वांग कि तेरे अंदर जीवन दे विच जे अकाल पुरख परमात्मा नाल जुड़ना है ना, तो जीवन नूं पानी वर्गा बनावी, मन नूं पानी वर्गा बनावी। उन्हां दे प्यारे बचन ने, गुर सिੱਖੀ की यह निशानी, कहने लगे जे अपने अंदर गुरु की सिक्ख्या की विचार लैनी है, गुरु की सिक्ख्या अनुसार जीवन ढालना है, तो कहने लगे धरती पैरां हेठ है, धरती हेठ वसंदा पानी। हुण साडे शरीर के सब तो थल्ले का हिस्सा पैर ही ने, ते पैरां दे हेठ धरती है, ते धरती दे हेठ पानी है। किन्ना नवाण च है, सब तो नवाण च पानी है। भाई गुरदास जी कहने लगे तेरे अंदर पानी वर्गे गुण होण, धरती पैरां हेठ है, पैरां हेठ वसंदा पानी, पानी चले नवाण नूं। कदे पानी का वहान वेख्या कि उल्ट चढ़ते बन्ने नूं जांदा होवे? पानी का सुभाव है, पानी हमेशा निवाण नूं जांदा है। तेरे च निवाण वर्गे गुण होण, हंकार वर्गे ना होण। पानी चले निवाण नूं, निर्मल शीतल शुद्ध प्राणी, वो निर्मल है, पवित्र है, शीतल है, उसका सुभाव च शीतलता है। पानी का अपोजिट अग है, अग की लाट बलदी है तां नूं निकलदी है, पानी की लाट, पानी चलदा निवाण नूं चलदा। पानी हमेशा चलेगा, निवाण नूं चलेगा, अग जदों बलेगी तां नूं भंभक्कड़ बालेगी, क्योंकि अग अंदर हौमे है, हंकार है, तो जिहदे अंदर हौमे हंकार होवे हमेशा तां उबर नूं फैलदा। बा कमाल उदाहरण दे के भाई साहब जी ने समझाया कि जे गुरसिੱਖੀ अपनाउणी है, जीवन दे विच गुरु की दसी सिक्ख्या नूं अपनाउणा है, तो कहने लगे फिर पानी वर्गा ही जीवन कर लै। तत्ता होवे धुप विच, ठंडा छावै बिलम ना आनी। कहते जे धुप पानी का तो अपना कोई भी नहीं, उन्हें धुपे रख दो तप जाएगा, छावे रख दो ठंडा हो जाएगा, वो गुण ने। ये पानी च ही गुण ने कि उन्होंने धुपे रख दो धुप वर्गा, छावे रख दो छां वर्गा ठंडा, उसका अपना तो कोई सुभाव नहीं। बहुरंगी एक रंग है, उसका अपना रंग नहीं, वो लाल पा दो लाल है, वो पीला पा दो पीला, वो हरा पा दो हरा।
बहुरंगी एक रंग है सबना अंदर इक्को जानी। वो सारे रंगां दे विच इक्को जिहा रंग पै जांदा। तपत बुझाए अगन विच, अगन बुझाए तपत विच। वो तपता भी अग बुझाउण दी समर्था रखदा है। उबलिया पानी, अबालिया पानी अग ते सुट दो हाँ तां भी बुझा दिंदा। जरूरी थोड़ा कि ठंडा पानी अग नूं बुझाउंदा है। पानी च गुण ने कि वह तपदा भी अग नूं बुझाउण दी समर्था रखदा है। हमेशा निवाण नूं चलदा है, हमेशा शीतलता है उहदे च, पवित्रता है। भाई गुरदास जी कहते इहो जिहा जीवन बना अपना। अगन बुझाए तपत विच छावै ठंडा बिलम ना आनी। गुरसिੱਖੀ की यह निशानी, जिहड़ी गुरसिੱਖੀ की निशानी है वो ये है कि जो दिसै गुरसिੱਖੜਾ तिस निव निव लागों पाए जी। मेरे अंदर कोई हौमै हंकार ईर्खा ना होवे। मेरे अंदर वो दसी गुरु की सिक्ख्या, गुरु का जीवन मार्ग होवे। जो गुर कह सोई भल मानो, जो गुरु कह रहा उन्होंने भला करके मनना। मेरे अंदर यही निशानियां होण। ते मैं यही गुण प्राप्त करके जीवन नूं अपने नूं कामयाब कर सकां। सिੱਖੀ सिक्ख्या गुर विचार। जिहड़ी गुरु दी विचार है, गुरु दी समझ है, गुरु दी जिहड़ा गुरु दा शब्द है, इनू समझ सोच विचार अपने जीवन च ढाल ते जीवन च गुण पानी वर्गा पैदे कर। ते गर्म भी प्यास बुझा दिंदा ते ठंडा भी प्यास बुझा दिंदा। दोवां तरह का ही लाभदायक है। जे कोई कहे भी गर्म पी लो तो गर्म भी पी ले, प्यास तो बुझनी, ठंडे ना भी बुझ जानी है, क्योंकि ये उहदे च गुण है। और रब की बख्शिश गुणा करके है। सूरज की जिवें किरणा करके रोशनी है, रब की गुणा करके बख्शिशां ने। जिहदे विच ये गुण आ जाण, जिहो जी उदाहरण भाई गुरदास साहब जी ने भाई पानी की उदाहरण दे के समझाया। ते जे पानी वांग साडे च गुण आ जाण, असल इंसानियत दे गुण ही ने ना, फिर तो मनुख मनुख नाल प्यार करेगा, नफरत नहीं करेगा। मनुख मनुख नाल स्नेह करेगा, ईर्खा नहीं करेगा। मनुख मनुख का प्यार प्रेम वधेगा, कदे भी नफरत पैदा नहीं होवेगी, कदे भी ईर्खा नहीं पैदा होवेगी, किसी प्रति भी नहीं होवेगी। जदों ये पावन बचन सुन ले कि गुणा करके परमात्मा की बख्शिश है, सब गुण तेरे मैं ना ही कोय, विण गुण कीते भगत ना होए। गुण ते सारे परमात्मा दे आ। और हमेशा एक गल याद रखियो, गुणा वाला मनुख जिथे मर्जी चले जावे, उहदे गुणा करके उहदा सत्कार है, औगणा करके कदे किसी का सत्कार नहीं होया। हमेशा गुणा करके सत्कार हुंदा। 10 बंदे परिया दे विच बैठे होण, साथ बैठी होवे, उथे जिहदे अंदर औगण नहीं, वो तो अपना औगण छपाउंदा है, वो तो औगणा ते पर्दा पाउंदा है। ते जे उत्थे कोई विचार करदा है, गुणवान मनुख अपनी विचार अगे रखदा, वो अपनी विचार सारिਆਂ ਨੂੰ दसदा, अपने गणा करके दसदा। विद्वानां दा मनना है भी जिहड़ा सियाणा है, जिहड़ा दाना है, उहदी अपनी कलोनी च अपने नगर च मन्नी जाएगी। जिहड़ा मूर्ख है, जिहड़ा दिल तो दिमाग तो सोच के गल नहीं करता, मूर्खता वाले लक्षण ने, उहदा सिर्फ उहदा परिवार ही मनदा, क्योंकि उहदा परिवार उहदे तो डरदा है।
पर जिहड़ा गुणवान मनुख है वह किते भी चले जावे, जिथे ना भी जान पछाण होवे वो उत्थे ही सत्कारिया जांदा, उत्थे ही पूजिया जांदा है, क्योंकि उहदे अंदर गुण ने, उहदे अंदर ये लक्षण ने। चंगिया गुणां की प्राप्ति रब की प्राप्ति है। तो सतगुरु जी का पावन बचन है भी जित वो घड़ी धन है, वो मूर्त धन है, वो वेला धन है, जिस वेले अकाल पुरख परमात्मा की असीं इबादत सरवण करिए, गाइए, अपनी रसना दे नाल उसनूं गाउणा करिए, उसनूं सुनना करिए। क्योंकि परमात्मा ने शरीर नूं अंग दिता, जेबा दिती है, परमात्मा की सिफत सलाह करने वास्ते ही है। तो जिहड़ा रब दे गुणां नूं गायन करदा है, सतगुरु उस रसना नूं भी धन कहिंदे ने। सा रसना धन धन कहो, तू धन है जिहड़ी परमात्मा के गुणां नूं गायन कर रही है, सुन रही है, सरवण कर रही है। तो जे इस रसना नाल उस अकाल पुरख परमात्मा का नाम नहीं जपदे, तो सतगुरु जी का पावन बचन है, रसना जपै ना नाम तिल तिल कर कटी है। कहते फिर ये तिल तिल करके कटी जाएगी। एक वो है जिहड़ी जान नाम नहीं जपदी, एक वो है पर वो भी रसना है जिन्हों गुरु अमरदास महाराज जी ने यह समझा दिता, ये रसना तू अन रस राच रही तेरी प्यास ना जाए, तू सारा दिन खाण तू सवा होर तेरी कोई गल ही नहीं, तू इसे नूं अपने मौज मस्ती समझ के बैठ गया। पर जदों तू इस रसना नाल उस अकाल पुरख परमात्मा की सिफत सलाह नूं गायन करेगा, सतगुरु गुरु अर्जन देव साहब महाराज समझाउंदे ने, गुण गावत तेरी उतर समैल बिन सजाए हौमै बिख फैल। कहण लगे जदों तू उस रसना दे नाल अकाल पुरख परमात्मा नूं गुणां नूं गायन करेगा, तेरे अंदरों हौमै हंकार ईरखा की मैल उतर जाएगी, तेरे अंदर गुरसिखी दी जिहड़ा असल प्यार है वो जाग जाएगा, मोह जाग जाएगा, प्रेम जाग मोह। सतगुरु गुरु गोबिंद सिंह साहब महाराज के पावन बचन पढ़ते हैं, जिन प्रेम कियो तिन ही प्रभ पायो। भावें कि मोह का एक बीज है, प्रेम बनता है। मोह हुंदा कि मैनू अपने नाल होवे, मैनू अपनी सोचनी नाल होवे, मैनू अपने प्यार परिवार नाल होवे, बच्चों नाल होवे, कारोबार नाल होवे। पर जिहड़ा प्रेम है सारियां नाल है। प्रेम किते नफरत पैदा नहीं करता, प्रेम ईर्खा पैदा नहीं करता, प्रेम दवाशता पैदा नहीं करता। जिहड़ी प्रेम की दृष्टि देखण दी है वो हर एक दे विच इंसानियत के गुण वेखण दी है। उहदे विच दूजा कोई नहीं। गुरु गोबिंद सिंह साहब महाराज जी के पावन जीवन की एक गाथा एक पढ़ते हैं भी एक सिख नूं रण मैदान दे विच जोधा बना के भेज दिता भी तू सूरमा है, तू जंग मैदान च लड़ना है। उसे जंग मैदान च एक सेवक नूं सेवादार बना के भेज दिता। हुण मैदान एक है पर एक गुरु साहबां दा सेवक गया सेवादार बन के, एक गया जोधा बन के, एक गया सूरमा बन के। पर दोवां दी दृष्टि च फर्क है। हुण जिहड़ा सूरमा बन के गया उहदे कोल शास्त्र ने, उहदे कोल घोड़े आदक ने, वो रण मैदान च जितण वास्ते गया, लड़न वास्ते गया। ते दूजा सेवादार बन के गया कि रण मैदान च जिहड़े फटर हुंदे ने उन्हां नूं पानी पियाई जाण दिया, सेवा करी जाण दिया। कोई धरती ते डिगदा ते मूँह च पानी पा दिंदा, वो फिर उठ पैंदा। हुण जिहड़ा सूरमा बन के गया, जोधा बन के गया, लड़न मैदान च गया, वो जाके गुरु साहिबां नूं कहंदा सतगुरु ये की कीता तुसां? मैदान एक है, एक मैदान दे विच एक नूं सूरमा बनाया, एक नूं सेवादार बनाया। कहण लगे तुसीं आपो अपना कर्म करो, तू अपना कर्म कर, ये अपना कर्म करन दिया। जिहड़ा सूरमा है वो दुश्मन ते वार करदा है,
ਦੁਸ਼ਮਣ ਦੇ ਆਹੂ ਲਾਈ ਜਾ ਰਿਹਾ, ਦੁਸ਼ਮਣ ਨੂੰ ਵੱਢ ਫੁੱਟ ਰਿਹਾ, ਪਰ ਜਿਹੜਾ ਸੇਵਾਦਾਰ ਹੈ ਉਹ ਪਾਣੀ ਪਿਲਾਈ ਜਾ ਰਿਹਾ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਆਏ, ਦੋਵੇਂ ਆਏ ਤੇ ਇਹ ਗੱਲ ਪੁੱਛੀ, ਸੂਰਮੇ ਨੇ ਕਿਹਾ ਵੀ ਪਾਤਸ਼ਾਹ ਇਹ ਗੱਲ ਕਹਿ ਰਿਹਾ, ਤੇ ਉਸ ਦਾ ਨਾਂ ਹੀ ਭਾਈ ਕਨ੍ਹਈਆ ਸੀ। ਕਹਿਣ ਲੱਗੇ ਭਾਈ ਕਨ੍ਹਈਆ ਜੀ ਤੁਸੀਂ ਕੀ ਸੇਵਾ ਕਰ ਰਹੇ ਹੋ, ਕੀ ਕੰਮ ਕਰ ਰਹੇ ਹੋ? ਕਹਿਣ ਲੱਗੇ ਪਾਤਸ਼ਾਹ ਮੈਨੂੰ ਜਿਸ ਦੇ ਵਿੱਚ ਵੀ ਦਿਸ ਰਿਹਾ ਕਿ ਨਫ਼ਰਤ ਵਾਲੇ ਬੀਜ ਨਹੀਂ ਦਿਸਣ ਡੇ, ਮੈਨੂੰ ਹਰੇਕ ਦੇ ਚਿਹਰੇ 'ਚੋਂ ਤੇਰਾ ਹੀ ਚਿਹਰਾ ਦਿਸਣ ਡਿਆ। ਮੈਂ ਪਾਣੀ ਦੀ ਮਸ਼ਕ ਫੜੀ ਹੈ, ਹਰੇਕ ਦੇ ਮੂੰਹ 'ਚ ਪਾਣੀ ਪਾ ਰਿਹਾ, ਕੋਈ ਡਿੱਗਦਾ ਧਰਤੀ ਤੇ ਤੜਫ ਰਿਹਾ, ਕੋਈ ਫੱਟ ਲੱਗੇ ਨੇ। ਪਾਤਸ਼ਾਹ ਨੇ ਕਿਹਾ ਸੀ ਤੇਰੀ ਦ੍ਰਿਸ਼ਟੀ ਦੇਖਣ ਵਾਲੀ ਹੈ ਕਿ ਹਰੇਕ ਵਿੱਚ ਤੂੰ ਪ੍ਰੇਮ ਨਾਲ, ਪਿਆਰ ਨਾਲ, ਤੇਰੇ 'ਚ ਮੋਹ ਹੈ। ਤੇ ਗੁਰੂ ਕੇ ਪਿਆਰਿਆ ਸਵਾਰਿਆ, ਕੱਲੀ ਪਾਣੀ ਦੀ ਸੇਵਾ ਨਾ ਨਿਭਾ, ਜੇ ਕਿਸੇ ਤੇ ਜ਼ਖਮ ਦੇਖਦਾ ਤੇ ਮਲਮ ਪੱਟੀ ਵੀ ਲਗਾ, ਕਿਉਂਕਿ ਮੈਂ ਤੇਰੀ ਭਾਵਨਾ ਨੂੰ ਸਮਝ ਗਿਆ ਵਾਂ, ਤੇਰੇ ਅੰਦਰ ਇਹ ਪਿਆਰ ਹੈ ਕਿ ਤੇਰੀ ਜਿਹੜੀ ਵੇਖਣ ਵਾਲੀ ਦ੍ਰਿਸ਼ਟੀ ਹੈ ਉਹ ਕਿਸੇ ਚੋਂ ਨਫ਼ਰਤ ਵਰਗੀ ਦ੍ਰਿਸ਼ਟੀ ਨਹੀਂ ਦੇਖਣ ਡਈ। ਕੌਣ ਬਗਾਨਾ ਤੇ ਕੌਣ ਆਪਣਾ, ਕੌਣ ਪਰਾਇਆ, ਤੂੰ ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖ ਰਿਹਾ। ਤੇਰੇ 'ਚ ਇਹ ਗੁਣ ਨੇ ਕਿ ਤੇਰੀ ਵੇਖਣ ਵਾਲੀ ਜਿਹੜੀ ਦ੍ਰਿਸ਼ਟੀ ਸਮਰੱਥ ਹੈ ਉਹ ਸਾਰਿਆਂ 'ਚ ਬਰਾਬਰਤਾ ਦੇਖ ਰਹੀ ਹੈ। ਤੈਨੂੰ ਸਾਰਿਆਂ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਹੋਣ ਡਏ ਨੇ ਜਿਨ੍ਹਾਂ ਦੀ ਸੇਵਾ ਤੂੰ ਕਰਨ ਡਿਆ। ਪਰ ਇਕੱਲਾ ਪਾਣੀ ਨਾਲ ਪਿਆਲ, ਇਹਨਾਂ ਨੂੰ ਮਲਮ ਪੱਟੀ ਵੀ ਕਰ, ਮਲਮ ਪੱਟੀ ਕਰਕੇ ਸੇਵਾ ਵੀ ਕਰ। ਇਹ ਇਨਸਾਨੀਅਤ ਗੁਰੂ ਸਾਹਿਬਾਂ ਦੇ ਜੀਵਨ 'ਚੋਂ ਸਾਨੂੰ ਮਿਲਦੀ ਹੈ। ਗੁਰੂ ਸਾਹਿਬਾਂ ਨੇ ਸਿਖਾਇਆ ਵੀ ਹਮੇਸ਼ਾ ਗੁਰੂ ਦੇ ਭਾਣੇ ਅੰਦਰ ਰਹਿ ਕੇ ਜਿਹੜੀ ਸੇਵਾ ਕਮਾਉਣੀ ਹੈ ਉਹ ਸੇਵਾ ਕਮਾਉਣੀ ਹੈ ਜਿਹੜੀ ਸੇਵਾ ਦੇ ਵਿੱਚ ਨਿਸ਼ਕਾਮ ਸੇਵਾ, ਜਿਹਦੇ 'ਚ ਕੋਈ ਮੰਗ ਨਹੀਂ। ਜਿਸ ਸੇਵਾ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਗੱਲ ਕਹਿ ਦਿੱਤੀ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਿਉਂਕਿ ਸਾਡੀ ਜਿਹੜੀ ਸੇਵਾ ਹੈ, ਜਿਹੜੀ ਅਸੀਂ ਕਰਦੇ ਹਾਂ, ਚਾਹੇ ਲੰਗਰ ਹਾਲ 'ਚ ਕਰੀਏ, ਚਾਹੇ ਜੋੜੇ ਘਰ ਕਰੀਏ, ਚਾਹੇ ਗੁਰੂ ਘਰ ਕਿਤੇ ਵੀ ਕਰੀਏ, ਇਹ ਸੇਵਾ ਦਾ ਇੱਕ ਅੰਸ਼ ਹੈ। ਪਰ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਉਹ ਗੁਰੂ ਦਾ ਹੁਕਮ ਮੰਨਣਾ ਹੈ। ਜਿਵੇਂ ਭਾਈ ਕਨ੍ਹਈਆ ਗੁਰੂ ਦਾ ਹੁਕਮ ਮੰਨ ਕੇ ਸੇਵਾ ਕਰ ਰਿਹਾ, ਕੋਈ ਅੰਦਰ ਆਪਣੇ ਕੋਈ ਮਨ ਦੀ ਇੱਛਾ ਲੈ ਕੇ ਤੇ ਨਹੀਂ ਸੇਵਾ ਕਰ ਰਿਹਾ। ਕਿ ਉੱਥੇ ਵੈਰੀ ਦਲ ਵੀ ਆ, ਉੱਥੇ ਆਪਣੇ ਸੂਰਮੇ ਵੀ ਨੇ, ਯੋਧੇ ਵੀ ਨੇ, ਸਾਰੇ ਜੰਗ ਮੈਦਾਨ ਦੇ ਵਿੱਚ ਨੇ, ਪਰ ਭਾਈ ਕਨ੍ਹਈਆ ਜੀ ਦੇ ਮਨ 'ਚ ਕੋਈ ਇੱਛਾ ਨਹੀਂ ਕਿ ਮੈਂ ਇਸ ਪੂਰਤੀ ਵਾਸਤੇ ਸੇਵਾ ਕਰ ਰਿਹਾ। ਉਹ ਗੁਰੂ ਦਾ ਹੁਕਮ ਮੰਨ ਕੇ ਸੇਵਾ ਕਰ ਰਿਹਾ। ਔਰ ਸਭ ਤੋਂ ਵੱਡੀ ਜਿਹੜੀ ਸੇਵਾ ਉਹ ਗੁਰੂ ਦਾ ਹੁਕਮ ਮੰਨਣਾ ਹੈ, ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ। ਇਹੀ ਵੱਡੀ ਸੇਵਾ ਹੈ, ਇਹੀ ਵੱਡੇ ਗੁਣ ਨੇ ਜੀਵਨ ਦੇ ਵਿੱਚ ਜੋ ਗੁਰੂ ਮਾਰਗ ਦੱਸਦਾ ਹੈ, ਜੋ ਗੁਰੂ ਇਸ ਰਸਤੇ ਨੂੰ ਦੱਸਦਾ ਹੈ ਵੀ ਤੂੰ ਇਹਨਾਂ ਮਹਾਨ ਸੇਵਾ ਜਿਹੜੇ ਕਰਨ ਵਾਲੇ ਸਨ ਭਾਈ ਕਨ੍ਹਈਆ ਜੀ ਵਰਗੇ, ਉਹਨਾਂ ਦੇ ਜੀਵਨ 'ਚੋਂ ਕੁਝ ਸਿੱਖ ਤੇ ਦੂਸਰਿਆਂ ਨੂੰ ਦੱਸ ਵੀ ਉਹਨਾਂ ਜੀਵਨ ਨੂੰ ਕਮਾਇਆ। ਉਹਨਾਂ ਤੋਂ ਪੁੱਛਣਾ ਸੇਵਾ ਕਿਸ ਤਰ੍ਹਾਂ ਕਰਨੀ ਹੈ। ਮਨ ਵੇਚਾ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਗੁਰ ਕੈ ਗ੍ਰਹਿ ਸੇਵਕ ਜੋ ਰਹਿ। ਗੁਰ ਕੀ ਆਗਿਆ ਮਨ ਮੈਂ ਸਹਿ, ਜੋ ਗੁਰ ਕਹਿ ਸੋਈ ਭਲ ਮਾਨੋ। ਉਹਨੂੰ ਭਲਾ ਕਰਕੇ ਮੰਨਣਾ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਗਾ। ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਦੋਂ ਨਿਸ਼ਕਾਮ ਭਾਵਨਾ ਨਾਲ ਜੁੜ ਗਿਆ ਤੇ ਫਿਰ ਜਿਤੜੇ ਫਲ ਮਨ ਬਾਂਸ਼ੀਏ ਤਿਤੜੇ ਸਤਿਗੁਰ ਪਾਸ। ਫਿਰ ਤੇਰੇ ਕੋਲ ਮਨ ਦੀਆਂ ਜਿਹੜੀਆਂ ਭਾਵਨਾ ਨੇ, ਮਨ ਦੇ ਵਿੱਚ ਇਛਾਵਾਂ ਨੇ, ਉਹ ਗੁਰੂ ਪੂਰਾ ਕਰਨ ਵਾਲਾ ਹੈ ਔਰ ਕਰਦਾ ਵੀ ਹੈ।
मैं पहला भी बेनती की है कि अज का पावन मुख वाक भी यही है बंगला साहब का कि जिन्हें सब कुछ दिता उन्हें कोई घाटा तो रहन ही नहीं दिता। जियो पिंड जिन साजिया दिता पहनण खाण, उन्हें पिंड शरीर साजिया ही नहीं, उन्हें पहनण नूं भी दिता, खाण नूं भी दिता, हंडाउण नूं भी दिता, सुख सहूलतां दित्तियां ने। उन्हें उस वक्त भी दित्तियां सन जदों तैनूं तेरे अपने बचपन दे विच कोई बहुती जिम्मेवारी नहीं सी। हुण ते जिम्मेवारियां पै गईयां, वड्डे हो गए, पर रब ने तो उदों भी तेरे खाण का भोजन का प्रबंध कर दिता सी। गुरु अर्जन देव साहब महाराज कहते बार व्यवस्था तुझे प्यारा दूध भर जोबन भोजन सुख सूद। तेनू बार व्यवस्था के विच दुध की सोझी देती, भोजन की सोझी दे दी। उदों तेरी कोई जिम्मेवारी नहीं सी, पर रब ने उदों भी तेरे वास्ते खाण वास्ते पैदा कर दिता। ते तेनों ते कल्ले अपने परिवार का फिक्र है, पर सारी कायनात नूं रब चला रहा। रब नूं ते सारियां दा फिक्र है, रब नूं ते कल्ले मनुखां दा नहीं, रब नूं पशुआं दा भी है, पंछियां दा भी है, हरेक जानवर दा कि जिहड़ा धरती ते आया उसनूं कुछ खाण नूं देना है फिर ही है। उन्हें पशुआं वास्ते पंछियां वास्ते भी प्रबंध किया। पर हाँ पशु पंछी बोल के नहीं दस सकते। मनुख नूं अपने अंदर दी यह भी मेरा कुछ जो कर रहा मैं कर रहा, पर जो सारी कायनात चलाउण दिया जिहदे हुक्म अंदर ही सब कुछ हो रहा। हुक्म है अंदर सब को, बाहर हुक्म ना कोई। उहदे हुक्म अंदर ही है सब कुछ हो रहा। ते परमात्मा सारियां दा पालन पोषण कर रहा। वो बड़ा सियाणा है, उन्हें सब कुछ दिता है। तेनू रहण नूं, खाण नूं, हंडाउण नूं, जीवन बसर करन नूं। पर तेरा ही को फर्ज है कि तू उहदे गुणां नूं चेते कर, हिरदे च वसा, भुल ना, गलत मार्ग ना चुन, कर्म कांडां च ना पै, अंध विश्वासां च ना पै। जदों जीवन का मार्ग होर चुन लेना फिर कुराहे पै जाना। कुराहे पिया मनुख मंजिल प्राप्त नहीं कर सकता, लभ नहीं सकता। जीवन की बाजी नूं, असल नूं, निचोड़ नूं लभ नहीं सकता। तू अपनी मत नूं इधर नूं ढाल। जत पहारा धीरज सुनियार, अहरण मत वेद हथियार। मत नूं अहरण बना, ज्ञान नूं हथियार बना। ज्ञान की समझ लै, सोझी लै। जदों तेरे अंदर समझ सोझी अकाल पुरख परमात्मा ने शब्द की बख्श दी, रब की इबादत की बख्श दी, फिर तेनों किते भी समाज दे विच बहुती भटकण की लोड़ नहीं, कर्म कांडां च पैण की लोड़ नहीं, अंध विश्वासां च पैण की लोड़ नहीं। क्योंकि मैं ये पावन बचन गुरु अर्जन देव साहब महाराज जी दे दस रहा भी पातशाह जी ने यह कहा भी तेरी बार व्यवस्था के विच भी तेरी भोजन की दुध की सोझी दिती है। क्योंकि बार व्यवस्था च तू बोल नहीं सकता, पर उदों भी अकाल पुरख परमात्मा ने बांह फड़ी है। पर ज्यों ज्यों तेरे जीवन की रफ्तार अगे चलती गई, तेरे अंदर तृष्णा वर्गे, ईरखा वर्गे, नफरत वर्गे फिर पैदा हुए। पर अपने मन नूं धीरज दे के, संतोख दे के इस विच जोड़। सतगुरु जी का पावन बचन है भी जे स्वर्ग का राज भी मिल जाए तो दुर्लभ नहीं। तो चाणक्या कहता भी स्वर्ग की है, स्वर्ग धरती ते ही है। आग्याकारी पुत्र होण, आग्याकारी घर वाली होवे, आग्याकारी पुत्र होण, संतोख दा धन होवे, अपना धन होवे, संतोख होवे। ये चाणक्या ने कहा भी चार चीज़ां स्वर्ग ने। जे आग्याकारी पुत्र, आग्याकारी औलाद,
ਸਾਰੀ ਆਗਿਆਕਾਰੀ ਹੋਵੇ, ਆਪਣੇ ਮਨ ਦੇ ਵਿੱਚ ਸੰਤੋਖ ਹੋਵੇ, ਧਨ ਆਪਣਾ ਹੋਵੇ। ਇਹ ਚਾਰ ਚੀਜ਼ਾਂ ਚਾਣਕਿਆਂ ਨੇ ਕਿਹਾ ਸੰਸਾਰ ਦੇ ਵਿੱਚ ਸਵਰਗ ਨੇ। ਤੇ ਉਹਨੂੰ ਪੁੱਛਿਆ ਸੀ ਵੀ ਨਰਕ ਕੀ ਹੈ, ਤੇ ਉਹਨੇ ਕਿਹਾ ਇਹਦੇ ਆਪੋਜਿਟ, ਜਿਹਦੇ ਅੰਦਰ ਸੰਤੋਖ ਨਹੀਂ, ਧਨ ਆਪਣਾ ਨਹੀਂ, ਔਲਾਦ ਆਗਿਆਕਾਰ ਨਹੀਂ, ਪਤਨੀ ਆਗਿਆਕਾਰ ਨਹੀਂ, ਉਹ ਨਰਕ ਹੈ। ਜਿਹਦੇ ਕੋਲ ਚਾਰ ਨੇ ਉਹ ਸਵਰਗ ਹੈ, ਆਗਿਆਕਾਰ ਨੇ ਉਹ ਸਵਰਗ ਹੈ, ਨਰਕ ਦੂਜਾ। ਵਰਨਾ ਸਵਰਗ ਤੇ ਨਰਕ ਦੀ ਹਕੀਕਤ ਇਸ ਧਰਤੀ ਤੇ ਹੀ ਹੈ। ਇੱਕ ਵਿਦਵਾਨ ਦੀ ਬੜੀ ਪਿਆਰੀ ਗਾਥਾ ਹੈ ਵੀ ਸਵਰਗ ਦੇ ਤੇ ਨਰਕ ਦੇ ਵਿੱਚ ਦੋ ਦੀਵਾਰਾਂ, ਇੱਕ ਦੀਵਾਰ ਸੀ ਢਹਿ ਗਈ, ਜਿਹੜੇ ਲੋਕ ਸਵਰਗ 'ਚ ਸੀ ਉਹ ਨਰਕ 'ਚ ਚਲੇ ਗਏ, ਜਿਹੜੇ ਨਰਕ 'ਚ ਸੀ ਉਹ ਸਵਰਗ 'ਚ ਚਲੇ ਗਏ। ਇਹ ਜੀਵਨ ਦੇ ਵਿੱਚ ਨਾ ਬੜੀ ਪਿਆਰੀ ਗਾਥਾ, ਸਮਝਣ ਵਾਲੀ ਗਾਥਾ, ਹਿਰਦੇ 'ਚ ਵਸਾਉਣ ਵਾਲੀ ਆ। ਜਦੋਂ ਅਸੀਂ ਇਸ ਨਾਲ ਜੁੜਾਂਗੇ ਨਾ, ਜਦੋਂ ਇਹਨੂੰ ਧਿਆਨ ਦੇ ਨਾਲ, ਤਵੱਜੋ ਨਾਲ ਸਮਝਾਂਗੇ, ਇਹਦੇ 'ਚੋਂ ਬਹੁਤ ਕੁਝ ਮਿਲੇਗਾ ਵੀ ਸਵਰਗ ਤੇ ਨਰਕ ਕੀ ਹੈ। ਉਹਨੇ ਕਿਹਾ ਜਦੋਂ ਦੀਵਾਰ ਢਹਿ ਗਈ, ਸਵਰਗੀ ਲੋਕ ਨਰਕੀ 'ਚ ਚਲ ਗਏ, ਨਰਕ ਦੇ ਸਵਰਗ 'ਚ ਚਲੇ ਗਏ। ਤੇ ਜਾਣ ਲੱਗੇ ਆਪਣਾ ਸਮਾਨ ਵੀ ਨਾਲ ਹੀ ਲੈ ਗਏ। ਹੋਇਆ ਕੀ? ਹੋਇਆ ਇਹ ਹੀ ਵੀ ਜਿਹੜੇ ਨਰਕ 'ਚ ਗਏ, ਨਰਕ 'ਚੋਂ ਜਿਹੜੇ ਸਵਰਗ 'ਚ ਗਏ, ਉਹਨਾਂ ਸਵਰਗ 'ਚ ਵੀ ਜਾ ਕੇ ਨਰਕੀ ਬਣਾ ਦਿੱਤਾ। ਤੇ ਜਿਹੜੇ ਸਵਰਗ 'ਚੋਂ ਨਰਕ ਗਏ, ਉਹਨਾਂ ਜਾ ਕੇ ਨਰਕ ਨੂੰ ਵੀ ਸਵਰਗ ਬਣਾ ਦਿੱਤਾ। ਜਿੱਥੇ ਚੰਗੇ ਲੋਕ ਚਲੇ ਜਾਣ ਉੱਥੇ ਚੰਗੀਆਂ ਗੱਲਾਂ, ਉੱਥੇ ਸਵਰਗ ਹੈ। ਜਿੱਥੇ ਮਨ ਦੀ ਬਿਰਤੀ ਦੇ ਭੈੜੇ ਲੋਕ, ਮੰਦੇ ਵਿਚਾਰਾਂ ਵਾਲੇ ਲੋਕ, ਮੰਦੇ ਖਿਆਲਾਂ ਵਾਲੇ ਲੋਕ ਚਲੇ ਜਾਣ, ਉੱਥੇ ਨਰਕ ਹੈ। ਜਿੱਥੇ ਚਾਰ ਜਣੇ ਬੈਠ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਨ, ਅੰਮ੍ਰਿਤ ਵੇਲੇ ਨਿਤਨੇਮ ਕਰਨ, ਛੋਛ ਇਸ਼ਨਾਨ ਕਰਨ, ਬਾਣੀ ਪੜ੍ਹਨ, ਕੀਰਤਨ ਕਰਨ, ਰੱਬ ਦੀ ਸਿਫਤ ਸਲਾਹ ਹੋਵੇ, ਉਹ ਸਵਰਗ ਹੈ। ਤੇ ਭਾਵੇਂ ਸਵਰਗ ਵੀ ਦੇ ਦਿਓ, ਪਰ ਜਿਹਨੇ ਕਦੀ ਰੱਬ ਦੀ ਇਬਾਦਤ ਨਹੀਂ ਕਰਨੀ, ਉਹਨੇ ਉਸ ਜਗ੍ਹਾ ਨੂੰ ਵੀ ਨਰਕਾਂ ਦੇ ਬਰਾਬਰੀ ਬਣਾ ਦੇਣਾ, ਕਿਉਂਕਿ ਉੱਥੇ ਕਦੇ ਰੱਬ ਦੀ ਗੱਲ ਹੀ ਨਹੀਂ ਹੋਣੀ, ਚੰਗਿਆਂ ਵਿਚਾਰਾਂ ਦੀ ਗੱਲ ਹੀ ਨਹੀਂ ਹੋਣੀ, ਜੀਵਨ 'ਚ ਚੰਗੇ ਵਿਚਾਰ ਹੀ ਨਹੀਂ ਆਉਣੇ। ਜੇ ਚੰਗੇ ਵਿਚਾਰ ਨਹੀਂ ਆਉਣੇ ਤੇ ਉਹ ਨਰਕ ਹੈ, ਜਿਹਨੂੰ ਸੰਸਾਰ ਦੇ ਲੋਕ ਭੋਗਣਗੇ। ਤੇ ਸੰਸਾਰ ਦੇ ਵਿੱਚ ਸਫਲਤਾ, ਸਤਿਗੁਰੂ ਕਹਿੰਦੇ ਨੇ, ਮਤ ਸੋਚੀ ਪਰਿਵਾਰ ਦੀ, ਕਾਰੋਬਾਰ ਦੀ, ਰਾਜ ਭਾਗ ਦੀ। ਸਫਲਤਾ ਨੂੰ ਵੱਡੇ ਭਾਗ ਕਹੀ ਜਾਵੇਗਾ, ਨਹੀਂ। ਵੱਡੇ ਭਾਗ ਉਹਦੇ ਨੇ ਜਿਹੜਾ ਅਕਾਲ ਪੁਰਖ ਪਰਮਾਤਮਾ ਨਾਲ ਜੁੜਦਾ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ, ਗੁਰਚਰਣੀ ਸਿੱਖ ਪੜ੍ਹਤਿਆਂ। ਕਹਿੰਦੇ ਜੇ ਸਭ ਦੇ ਵੱਡੇ ਭਾਗ ਨੇ ਨਾ, ਤੇ ਉਹ ਗੁਰੂ ਦੇ ਚਰਨਾਂ 'ਚ ਜੁੜ ਕੇ ਆ। ਜਿਸ ਨੂੰ ਤੂੰ ਕਹਿ ਜਾ ਇਹ ਵੱਡੇ ਭਾਗ ਨਹੀਂ, ਜਿਸ ਨੂੰ ਵਿਸਰੈ ਪ੍ਰਾਣਪਤ ਦਾਤਾ ਸੋਈ ਗਨੋ ਅਭਾਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ। ਉਹ ਭਾਗਾ ਜਿਸ ਨੂੰ ਰੱਬ ਵਿਸਰ ਜਾਵੇ, ਮਨ 'ਚ ਉਸ ਰੱਬ ਦੀ ਇਬਾਦਤ ਨਾ ਕਰੇ, ਕਦੇ ਚਿੱਤ 'ਚ ਵੀ ਨਾ ਆਇਆ ਹੋਵੇ ਕਿ ਜਿਹੜਾ ਸਭ ਕੁਝ ਦੇਣ ਵਾਲਾ ਉਹੀ ਵਿਸਰ ਗਿਆ, ਰੱਬ ਹੀ ਵਿਸਰ ਗਿਆ, ਉਹ ਅਭਾਗਾ। ਤੇ ਵੱਡੇ ਭਾਗ ਉਹ ਨੇ ਜਿਹੜਾ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਗੋਦ 'ਚ ਬੈਠ ਕੇ ਰੱਬੀ ਇਬਾਦਤ ਕਰਦਾ, ਉਸ ਦੇ ਨਾਲ ਜੁੜਦਾ। ਉਹ ਆਪਣੇ ਹਰ ਪਲ ਨੂੰ, ਆਪਣੀ ਹਰ ਘੜੀ ਨੂੰ ਉਸ ਸਵਰਗ ਵਾਂਗ ਬਣਾ ਲੈਂਦਾ, ਜਿਹੜੇ ਚਾਰ ਸਵਰਗ ਚਾਣਕਿਆਂ ਨੇ ਦੱਸੇ ਨੇ। ਪਰਿਵਾਰ ਨੂੰ ਚੰਗੇ ਸੰਸਕਾਰ ਦੇ ਲੈਣੇ, ਜੋ ਰੱਬ ਨੇ ਦਿੱਤਾ ਉਹਦੇ ਤੇ ਸਬਰ ਸੰਤੋਖ ਕਰ ਲੈਣਾ, ਔਲਾਦ ਆਗਿਆਕਾਰ ਹੋਣੀ। ਵਰਨਾ ਦੁਨੀਆ ਤੇ ਜੇ ਖੁਆਇਸ਼ਾਂ ਦੀ ਗੱਲ ਕਰੀਏ, ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ,
ਜ਼ਰੂਰਤਾਂ ਦੀ ਗਿਣਤੀ ਹੈ, ਜ਼ਰੂਰਤਾਂ ਦਾ ਨਾਪ ਤੋਲ ਹੈ, ਤ੍ਰਿਸ਼ਨਾ ਦਾ ਨਾਪ ਤੋਲ ਨਹੀਂ, ਲੋਭ ਦਾ ਨਾਪ ਤੋਲ ਨਹੀਂ। ਲੋਭ ਕਿੰਨਾ ਕੁ ਅੰਦਰ, ਕੋਈ ਗਿਣਤੀ ਮਿਣਤੀ ਨਹੀਂ, ਨਾਪੀ ਨਹੀਂ ਜਾ ਸਕਦੀ। ਤ੍ਰਿਸ਼ਨਾ ਵੀ ਨਹੀਂ ਨਾਪੀ ਜਾ ਸਕਦੀ, ਕਿਉਂਕਿ ਇਹ ਜੀਵਨ ਦੇ ਵਿੱਚ ਅੱਗ ਹੀ ਇਸ ਤਰ੍ਹਾਂ ਦੀ ਫੈਲ ਚੁੱਕੀ ਹੈ। ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ। ਤ੍ਰਿਸ਼ਨਾ ਵਿਰਲੇ ਦੀ ਬੁੱਝਦੀ ਹੈ, ਕਿਹਦੀ ਬੁੱਝਦੀ ਹੈ? ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਗੁਰੂ ਗ੍ਰੰਥ ਸਾਹਿਬ ਜਿਹਦੇ ਤੇ ਕਿਰਪਾ ਕਰ ਦੇਣ, ਜਿਹਦੇ ਵਿੱਚ ਇਹ ਅਵਸਥਾ ਪੈਦਾ ਹੋ ਜਾਵੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਜਿਹੜਾ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਬਰਾਬਰਤਾ ਸਮਝਦਾ ਹੋਵੇ, ਸੁੱਖਾਂ ਨਾਲ ਬਹੁਤਾ ਮੋਹ ਨਾ ਹੋਵੇ ਤੇ ਦੁੱਖਾਂ ਨਾਲ ਬਹੁਤਾ ਘਬਰਾਉਂਦਾ ਨਾ ਹੋਵੇ, ਉਹਦੇ ਜੀਵਨ 'ਚ ਦੁੱਖ ਸੁੱਖ ਇੱਕ ਬਰਾਬਰਤਾ ਰੱਖਦੇ ਹੋਣ, ਉਹ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨੇ ਅਪਮਾਨਾ। ਉਹ ਖੁਸ਼ੀ ਗਮੀ ਤੋਂ ਰਹਿਤ ਹੋਵੇ, ਇੱਜ਼ਤ ਮਾਣ ਸਨਮਾਨ ਤੋਂ ਮੈਂ ਰਹਿਤ ਹੋਵੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਲੱਛਣ ਬ੍ਰਹਮ ਗਿਆਨ ਦੀ ਅਵਸਥਾ ਦੇ ਦੱਸੇ ਨੇ, ਕਿਉਂਕਿ ਕੁਝ ਕਰਮ ਨੇ ਉਹ ਚੰਗੇ ਨੇ। ਜੇ ਕਰਮ ਚੰਗਾ ਹੋਵੇ, ਨੀਅਤ ਮਾੜੀ ਹੋਵੇ, ਕਰਮ ਚੰਗਾ ਹੈ, ਕਥਾ ਕਰ ਰਹੇ ਹਾਂ ਗੁਰੂ ਦਰਬਾਰ 'ਚ ਬੈਠ ਕੇ, ਪਰ ਜੇ ਨੀਅਤ ਮਾੜੀ ਹੈ ਤੇ ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਸੀਸ ਨਵਾਇਆ ਕਿਆ ਥੀ ਹੈ ਜਾਂ ਹਿਰਦਾ ਕਸੂਦਾ ਜਾਏ। ਕਈ ਵਾਰ ਮਨੁੱਖ ਦੇ ਕਰਮ ਚੰਗੇ ਨੇ, ਨੀਅਤ ਮਾੜੀ ਹੋ ਸਕਦੀ ਹੈ, ਪਰ ਜਿਹਦੇ ਅੰਦਰ ਇੱਕ ਗੱਲ ਹੋਵੇ, ਮੁੱਖ ਤੇ ਇੱਕ ਹੋਵੇ, ਅੰਦਰ ਇੱਕ ਗੱਲ ਹੋਵੇ, ਸਤਿਗੁਰੂ ਕਹਿੰਦੇ ਉਹੀ ਇਸ ਅਵਸਥਾ ਨੂੰ ਪਛਾਣ ਸਕਦਾ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸੋ ਜੋ ਪਾਨੀ ਸੰਗ ਪਾਨੀ। ਜਿਵੇਂ ਪਾਣੀ ਤੋਂ ਪਾਣੀ ਵੱਖਰਾ ਨਹੀਂ ਕੀਤਾ ਜਾ ਸਕਦਾ, ਮਿਲਾ ਦਈਏ ਤੇ ਜਿਹਦੇ ਅੰਦਰ ਪਰਮਾਤਮਾ ਵਸ ਜਾਵੇ ਉਹ ਅਭੇਦ ਹੋ ਜਾਂਦਾ ਹੈ, ਉਹੀ ਜੀਵਨ ਦੀ ਬਾਜੀ ਨੂੰ ਜਿੱਤ ਲੈਂਦਾ। ਉਹਦਾ ਫਿਰ ਹਰ ਘੜੀ ਹਰ ਪਲ ਸਫਲ ਹੋ ਜਾਂਦਾ ਹੈ। ਜੀਵਨ ਦੀ ਜਿਹੜੀ ਜੀਵਨ ਦੀ ਯਾਤਰਾ ਫਿਰ ਸਫਲ ਹੋ ਜਾਂਦੀ ਹੈ, ਜਿਹੜਾ ਪਰਮਾਤਮਾ ਨੂੰ ਜਿੱਤ ਲੈਂਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਵਨ ਬਚਨ ਕਰਦੇ ਆ ਵੀ ਜਿਹਨੇ ਆਪਣੇ ਜੀਵਨ 'ਚ ਚੰਗੇ ਗੁਣ ਨਾ ਪੈਦਾ ਕੀਤੇ ਹੋਣ, ਚੰਗੇ ਸੰਸਕਾਰ ਨਾ ਲਏ ਹੋਣ, ਚੰਗੀ ਮੱਤ ਦਾ ਧਾਰਨੀ ਨਾ ਹੋਵੇ, ਫਿਰ ਤੇ ਜਨਮ ਹੀ ਵਿਅਰਥ ਹੈ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਫਿਰ ਇੱਕ ਗੱਲ ਜ਼ਰੂਰ ਸਮਝ ਲਈ ਵੀ ਤੇਰਾ ਸੰਸਾਰ ਤੇ ਆਇਆ ਵੀ ਇੰਨੇ ਸਫਲ ਹੈ। ਆਪਣੇ ਆਪ ਨੂੰ ਸਫਲ ਕਰਨਾ ਹੈ ਤੇ ਆਪਣੀ ਮੱਤ ਨੂੰ ਐਰਨ ਬਣਾ ਗਿਆਨ ਦੇ ਹਥਿਆਰ ਨਾਲ, ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਹੈ ਉਹਨਾਂ ਤੇ ਚੱਲ। ਸਤਿਗੁਰੂ ਕਿਰਪਾ ਕਰਨ, ਆਪ ਸਰਬੱਤ ਸੰਗਤ ਦੀਆਂ ਭੇਟਾਵਾਂ ਸੇਵਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਜੀ। ਪਾਵਨ ਕਥਾ ਵਿਚਾਰ ਦੀ ਸੇਵਾ ਨਿਭਾਉਂਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ। ਗੁਰੂ ਸਾਹਿਬ ਸਤ ਸੰਗਤ ਬਖਸ਼ਣਯੋਗ ਹੈ। ਹੋਈਆਂ ਭੁੱਲਾਂ ਦੀ ਮੁਆਫੀ ਸਤਿਗੁਰੂ ਸਰਬੱਤ ਦੀ ਯਾਤਰਾ ਸਫਲ ਕਰਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।